Bye. Guru. 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 Bye. ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੀ, ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਸਾਰਿਆਂ ਦਾ ਮਾਤਾ ਪਿਤਾ ਨਿਰੰਕਾਰ ਸੱਚ ਵਾਹਿਗੁਰੂ, ਜੇ ਉਹ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਗੁਰੂ ਨਾਨਕ ਦੇਵ ਜੀ, ਬਈ ਮਨਮੁਖ ਜੀਵ ਹੈ ਜਿਹੜਾ, ਉਹ ਸੰਸਾਰ ਦੇ ਵਿੱਚ ਕਿੱਡਾ ਵੱਡਾ ਵੀ ਹੋਵੇ, ਕਿੰਨੀ ਵੀ ਉਹਦੀ ਵਡਿਆਈ ਹੋਵੇ, ਕਿੰਨਾ ਉਹਦੇ ਕੋਲ ਮਾਲ ਧਨ ਹੋਵੇ, ਜਿਵੇਂ ਉਦਾਹਰਨ ਦਿੱਤੀ ਵੀ ਸਮੁੰਦਰ ਕਿੱਡਾ ਵੱਡਾ ਹੈ, ਪਰ ਜੇ ਉਹ ਨਾਸਤਕ ਹੈ, ਜੇ ਉਹ ਮਨਮੁਖ, ਇੱਕ ਛੋਟੀ ਜਿਹੀ ਕੀੜੀ, ਜੇ ਕੀੜੀ ਦੇ ਮਨ ਦੇ ਵਿੱਚ ਮਾਲਕ ਵਸ ਜਾਂਦਾ, ਸੱਚ ਪਰਮਾਤਮਾ, ਫਿਰ ਉਹ ਸਮੁੰਦਰ ਜਿਹੜਾ ਉਹ ਕੀੜੀ ਦੇ ਤੁੱਲ ਨਹੀਂ, ਉਹਦੇ ਬਰਾਬਰ ਹੀ ਨਹੀਂ ਕਰ ਸਕਦਾ। ਇੰਨੀ ਮਹਿਮਾ, ਇੰਨੀ ਵਡਿਆਈ ਹੈ ਨਿਰੰਕਾਰ ਵਾਹਿਗੁਰੂ ਦੀ, ਜੇ ਉਹ ਸਾਡੇ ਹਿਰਦੇ 'ਚ ਵਸ ਜਾਂਦਾ। ਮਹਾਰਾਜ ਇਸ ਲਈ ਆਪਾਂ ਨੂੰ ਫਰਮਾਉਂਦੇ, ਸਮੁੰਦ ਸਾਧ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ। ਬਈ ਕੀੜੀ ਜਿਹੜੀ, ਜੇ ਉਹਦੇ ਮਨ ਦੇ ਵਿੱਚ ਪਰਮਾਤਮਾ ਵਸ ਜਾਂਦਾ, ਤੇ ਉਹ ਸਮੁੰਦਰ ਉਹਦੇ ਤੁਲ ਨਹੀਂ ਹੈ, ਉਹਦੀ ਬਰਾਬਰੀ ਨਹੀਂ ਕਰ ਸਕਦਾ। ਔਰ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਭਗਤੀ ਕਰਦੇ, ਜਿਹੜਾ ਪਰਮਾਤਮਾ ਦਾ ਭਗਤ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਜੇ ਸਾਡੇ ਹਿਰਦੇ ਵਿੱਚ, ਸਾਡੇ ਮਨ ਦੇ ਵਿੱਚ ਪਰਮਾਤਮਾ ਵਸ ਜਾਂਦਾ, ਫਿਰ ਆਪਣੇ ਮਨ ਦੀ ਜੋ ਵੀ ਇੱਛਾ ਹੁੰਦੀ
ਉਹ ਮਾਲਕ ਨਿਰੰਕਾਰਾ ਪੂਰੀ ਕਰ ਦਿੰਦਾ। ਮਾਰੇ ਫਰਮਾਉਂਦੇ ਸੱਚਾ ਸਾਹਿਬ ਮਨ ਵਸੀ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਏ। ਜਦੋਂ ਸਾਡੇ ਮਨ ਦੇ ਵਿੱਚ ਮਾਲਕ ਵਸ ਗਿਆ, ਫਿਰ ਆਪਾਂ ਜੋ ਵੀ ਬੇਨਤੀ ਕਰਦੇ ਹੋ ਬੜੇ ਧਿਆਨ ਨਾਲ ਸੁਣਦੇ। ਇਹ ਗੁਰਮੁਖਾਂ ਨੂੰ ਧੀਰਜ ਦਿੰਦਾ। ਮਾਰੇ ਕਹਿੰਦੇ ਸੱਚੇ ਸੁਣਿਆ ਕੰਨ ਦੇ, ਧੀਰਜ ਦੇ ਸਹਿਜ ਸੁਭਾਈ। ਉਹਨਾਂ ਦੇ ਮਨ ਨੂੰ ਧੀਰਜ ਦਿੰਦਾ। ਤੁਸੀਂ ਸਹਿਜ ਵਿੱਚ ਰਹਿਣਾ, ਫਿਕਰ ਨਹੀਂ, ਚਿੰਤਾ ਕਰਨ ਦੀ ਲੋੜ ਕੋਈ ਨਹੀਂ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਵਡਿਆਈਆਂ ਤਾਂ ਨੇ ਜੇ ਪਰਮਾਤਮਾ ਨੂੰ ਅਸੀਂ ਆਪਦੇ ਮਨ ਦੇ ਵਿੱਚ ਵਸਾਵਾਂਗੇ। ਹੁਣ ਜੇ ਅਸੀਂ ਪਰਮਾਤਮਾ ਨੂੰ ਦੇਖਿਆ ਨਹੀਂ, ਉਹਦੇ ਸਨਮੁਖ ਨਹੀਂ ਹੋਏ, ਫਿਰ ਅਸੀਂ ਉਹਨੂੰ ਮਨ ਦੇ ਵਿੱਚ ਵਸਾਵਾਂਗੇ ਕਿਵੇਂ? ਕਿਉਂਕਿ ਵਸਦਾ ਦੇਖ ਦੇਖ ਕੇ। ਜਿਵੇਂ ਹੁਣ ਸਾਡੇ ਮਨ ਦੇ ਵਿੱਚ ਮਾਇਆ ਵਸੀ। ਮਾਇਆ ਕੀ? ਇਹ ਆਕਾਰ, ਸਰੀਰ, ਇਹ ਵਿਚਾਰ ਫੁਰਨੇ, ਇਹਨਾਂ ਨੂੰ ਅਸੀਂ ਦ੍ਰਿੜ ਕੀਤਾ ਅਤੇ ਮਾਇਆ ਸਾਡੇ ਮਨ ਦੇ ਵਿੱਚ ਵਸ ਗਈ। ਹੁਣ ਜਿਹੜਾ ਮਨਮੁਖ ਹੈ ਉਹਨੂੰ ਮਾਇਆ ਨਹੀਂ ਵਿਸਰਦੀ, ਕਿਉਂਕਿ ਉਹਦੇ ਮਨ 'ਚ ਵਸੀ ਹੋਈ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਰਮਾਤਮਾ ਨਹੀਂ ਵਿਸਰਦਾ, ਕਿਉਂਕਿ ਉਹਨਾਂ ਦੇ ਮਨ 'ਚ ਪਰਮਾਤਮਾ ਵਸ ਗਈ। ਜਿਹੜੀ ਚੀਜ਼ ਸਾਡੇ ਮਨ 'ਚ ਵਸੀ ਹੋਈ ਹੈ ਉਹ ਸਾਨੂੰ ਭੁੱਲਦੀ ਨਹੀਂ, ਉਹ ਸਾਨੂੰ ਵਿਸਰਦੀ ਨਹੀਂ। ਮਾਰੇ ਦਾਈਓ ਕਹਿੰਦੇ ਮਨਮੁਖ ਨੂੰ ਮਾਇਆ ਨਹੀਂ ਵਿਸਰਦੀ। ਮਾਇਆ ਮਨੋਂ ਨਾ ਵਿਸਰੇ, ਮੰਗੇ ਦਮਾਂ ਦਮ। ਮਨਮੁਖ ਨੂੰ ਮਾਇਆ ਵਿਸਰਦੀ ਨਹੀਂ। ਹਰ ਇੱਕ ਦਮ ਦੇ ਨਾਲ, ਹਰ ਇੱਕ ਸਵਾਸ ਦੇ ਨਾਲ ਉਹ ਮਾਇਆ ਨੂੰ ਹੀ ਚਿਤਾਰਦਾ। ਜਿਹੜੇ ਗੁਰਮੁਖ ਨੇ ਉਹ ਦਮ ਦਾ ਮਾਲਕ ਨੂੰ ਚਿਤਾਰਦੇ, ਉਹਨਾਂ ਨੂੰ ਪਰਮਾਤਮਾ ਨਹੀਂ ਭੁੱਲਦੇ। ਮਾਰੇ ਹੀ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹੁਣ ਇਹ ਅਵਸਥਾ ਮਨ ਦੀ ਹੈ, ਸਾਰੀ ਵੱਖੋ ਵੱਖਰੀ। ਜਿਹੜੇ ਗੁਰਮੁਖ ਜਿਨ੍ਹਾਂ ਦੇ ਮਨ ਦੇ ਵਿੱਚ ਮਾਲਕ ਵਸ ਗਿਆ, ਉਹਨਾਂ ਨੂੰ ਪਰਮਾਤਮਾ ਨਹੀਂ ਭੁੱਲੇਗਾ, ਅਤੇ ਜਿਨ੍ਹਾਂ ਨੂੰ ਮਾਇਆ ਵਸੀ ਉਹਨਾਂ ਨੂੰ ਮਾਇਆ ਨਹੀਂ ਭੁੱਲਦੀ। ਹੁਣ ਇਹ ਮਾਇਆ ਹੈ ਕੀ? ਮਾਇਆ ਕੰਮ ਕੀ ਕਰਦੀ ਅਤੇ ਮਾਇਆ ਕਹਿੰਦੇ ਕਿਹਨੂੰ? ਆਪਾਂ ਤਾਂ ਮਾਇਆ ਪਹਿਲਾਂ ਸਿਰਫ ਇਹ ਪੈਸਿਆਂ ਨੂੰ ਕਹਿੰਦੇ ਹਾਂ ਵੀ ਇਹ ਪੈਸਾ ਧੇਲਾ, ਇਹ ਮਾਇਆ। ਹੁਣ ਆਪਾਂ ਨੂੰ ਕਹਿੰਦੇ ਵੀ ਜਿਹੜੀ ਚੀਜ਼ ਸਾਨੂੰ ਪਰਮਾਤਮਾ ਨੂੰ ਭੁਲਾਉਂਦੀ ਉਹ ਮਾਇਆ। ਸਤਿਗੁਰੂ ਕਹਿੰਦੇ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਈ। ਇਹੋ ਜੀਓ ਦੁੱਖ ਸੁੱਖ ਬੰਧ ਹੈ, ਵਿੱਚ ਹਉਮੈ ਕਾਰ ਕਮਾਈ। ਵੀ ਮਾਇਆ ਕਿਹਨੂੰ ਕਹੀਦਾ ਅਤੇ ਮਾਇਆ ਕਰਮ ਕੀ ਕਰਦੀ? ਜੋ ਸਾਨੂੰ ਪਰਮਾਤਮਾ ਨੂੰ ਭੁਲਾਉਂਦੀ ਹੈ ਉਹ ਮਾਇਆ। ਉਹ ਚਾਹੇ ਸਰੀਰ ਰੂਪ ਦੇ ਵਿੱਚ ਸਾਡੇ ਧੀਆਂ ਪੁੱਤਰ ਹੋਣ, ਚਾਹੇ ਸਾਡੇ ਭੈਣ ਭਰਾ ਹੋਣ, ਚਾਹੇ ਸਾਡੇ ਸਾਕ ਸੰਬੰਧੀ ਹੋਣ, ਜਿਹਦੇ ਨਾਲ ਜੁੜ ਕੇ ਅਸੀਂ ਪਰਮਾਤਮਾ ਨੂੰ ਭੁੱਲਦੇ ਉਹ ਮਾਇਆ। ਹੁਣ ਮਨਮੁਖ ਮਾਇਆ ਦੇ ਨਾਲ ਜੁੜਿਆ ਹੁੰਦਾ। ਮਾਇਆ ਦੀ ਆਕਾਰ, ਸਰੀਰ ਪਹਿਲਾਂ ਤਾਂ ਮਾਇਆ ਦ੍ਰਿਸ਼ਟਮਾਨ। ਮਾਰੇ ਕਹਿੰਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਏ। ਜਦੋਂ ਅਸੀਂ ਸਰੀਰ ਨਾਲ ਜੁੜ ਜਾਂਦੇ ਉਦੋਂ ਕਹਿੰਦੇ ਦੂਜੇ ਨਾਲ ਜੁੜ ਕੇ। ਜਿਹੜੇ ਜੀਵ ਫਿਰ ਦੂਜੇ ਨਾਲ ਜੁੜ ਗਏ, ਜਿਨ੍ਹਾਂ ਨੇ ਇੱਕ ਦੀ ਨਹੀਂ ਪਹਿਚਾਣ ਕੀਤੀ, ਮਾਲਕ ਦੀ, ਆਪਣੇ ਪਤੀ ਦੀ, ਖਸਮ ਦੀ, ਸਤਿਗੁਰੂ ਕਹਿੰਦੇ ਉਹ ਡੁੱਬਣਗੇ। ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣ ਜਾ ਰਹੇ ਆ।
ਵੀ ਉਹ ਡੁੱਬ ਜਾਣਗੇ ਭਵ ਸਾਗਰ ਦੇ ਵਿੱਚ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਦੂਜੇ ਨਾਲ ਨਾ ਜੁੜੋ, ਇੱਕ ਨਾਲ ਜੁੜੋ। ਹੁਣ ਇੱਕ ਕੀ ਹੈ, ਇੱਕ ਪਰਮਾਤਮਾ ਵਾਹਿਗੁਰੂ, ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਹੈ, ਜਿਹਦੀ ਕੋਈ ਜਾਤ ਪਾਤ ਨਹੀਂ ਹੈ, ਜਿਹੜਾ ਨਿਰੋਲ ਪ੍ਰਕਾਸ਼ ਤੇ ਸਰਬ ਵਿਆਪੀ ਹੈ, ਹਰ ਥਾਂ 'ਤੇ ਮੌਜੂਦ ਹੈ। ਐਸੀ ਕੋਈ ਥਾਂ ਨਹੀਂ ਵੀ ਜਿੱਥੇ ਪਰਮਾਤਮਾ ਨਾ ਹੋਵੇ। ਔਰ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਤੁਸੀਂ ਇੱਕ ਦੀ ਰੱਦ ਨਾ ਕਰੋ, ਪਰਮਾਤਮਾ ਦੀ ਉਹਨੂੰ ਸਿਮਰੋ ਜਿਹੜਾ ਆਪ ਜਨਮ ਮਰਨ ਤੋਂ ਰਹਿਤ, ਜਿਹੜਾ ਜੰਮਦਾ ਮਰਦਾ ਨਹੀਂ, ਅਤੇ ਜਿਹੜਾ ਹਰ ਥਾਂ 'ਤੇ ਮੌਜੂਦ ਹੈ, ਜਲ ਦੇ ਵਿੱਚ, ਥਲ ਦੇ ਵਿੱਚ, ਧਰਤੀ ਦੇ, ਅਸਮਾਨ ਦੇ ਵਿੱਚ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਨਾ ਹੋਵੇ। ਬਈ ਉਹਦਾ ਸਿਮਰਨ ਕਰੋ, ਉਹਨੂੰ ਸਿਮਰੋ। ਬਈ ਦੂਜੇ ਨੂੰ ਕੀ ਸਿਮਰਨਾ, ਦੂਜੇ ਨੂੰ ਕੀ ਮੰਨਣਾ ਜਿਹੜਾ ਆਪ ਹੀ ਜੰਮਦਾ ਮਰਦਾ। ਔਰ ਇਸ ਵਾਸਤੇ ਆਪਾਂ ਨੂੰ ਇੱਕ ਦੇ ਨਾਲ ਜੋੜਦੇ, ਪਰਮਾਤਮਾ ਦੇ ਨਾਲ, ਵੀ ਇੱਕ ਨੂੰ ਧਿਆਵੋ ਪਰਮਾਤਮਾ। ਹੁਣ ਜੋ ਇੱਕ ਦੀ ਕਸਵੱਟੀ ਹੈ ਮਾਲਕ ਦੀ, ਉਹਦੇ 'ਤੇ ਜਿਹੜਾ ਫਿਰ ਝੂਠਾ ਉਹ ਨਹੀਂ ਟਿਕਦਾ, ਜਿਹੜਾ ਝੂਠ ਦੇ ਨਾਲ ਜੁੜਿਆ ਉਹ ਨਹੀਂ ਟਿਕਦਾ। ਮਾਲਕ ਦੀ ਕਸਵੱਟੀ ਉਹੀਓ ਸਹਿ ਸਕਦਾ ਹੈ ਜਿਹਨੇ ਜਿਉਂਦੇ ਜੀ ਮਰਨਾ ਸਿੱਖੀਏ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ। ਰਾਮ ਕਸੌਟੀ ਸੋ ਸਹੀ, ਜੋ ਮਰ ਜੀਵਾ ਹੋਈ। ਵੀ ਇਹ ਕਸਵੱਟੀ ਹੈ। ਹੁਣ ਇਸ ਕਰਕੇ ਪਹਿਲਾਂ ਆਪਾਂ ਨੂੰ ਸ਼ਰਤ ਹੀ ਇਹ ਰੱਖਦੇ ਵੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ, ਪਹਿਲਾਂ ਜਿਹੜਾ ਮਰਨ ਕਬੂਲ ਕਰੋ। ਜਿਹੜੀਆਂ ਜਿਉਣ ਦੀਆਂ ਅਸੀਂ ਆਸਾਂ ਲਾਈ ਬੈਠੇ, ਇਹ ਆਸਾ ਅਭਿਲਾਸ਼ਾ ਤ੍ਰਿਸ਼ਨਾਵਾਂ ਸਾਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਵੀ ਮਨ ਕਰਕੇ ਅਸੀਂ ਇੰਨੇ ਨੀਵੇਂ ਹੋਣਾ ਹੈ, ਫਿਰ ਅਸੀਂ ਮਾਲਕ ਨੂੰ ਮਿਲ ਸਕਦੇ। ਹੁਣ ਮਨ ਸਾਡਾ ਜਦੋਂ ਮੈਲਾ ਹੁੰਦਾ, ਇਹ ਨੀਵਾਂ ਨਹੀਂ ਹੁੰਦਾ, ਇਹ ਨਿਮਾਣਾ ਨਹੀਂ ਹੁੰਦਾ। ਇਹਦੇ ਅੰਦਰ ਹਉਮੈ ਹੰਕਾਰ ਹੁੰਦਾ ਅਤੇ ਝੁਕਣਾ ਨਹੀਂ ਚਾਹੁੰਦਾ। ਹੁਣ ਮਹਾਰਾਜ ਕਹਿੰਦੇ ਵੀ ਜੋ ਗੁਰੂ ਨਾਨਕ ਦਾ ਘਰ ਹੈ, ਇਹ ਨੀਵਿਆਂ ਦਾ, ਇਹ ਨਿਮਾਣਿਆਂ ਦਾ। ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋਵਾਂਗੇ, ਓਨਾ ਹੀ ਅਸੀਂ ਆਤਮਿਕ ਤੌਰ 'ਤੇ ਅੰਦਰੋਂ ਉੱਚੇ ਹੋਵਾਂਗੇ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੋਂ ਉੱਚਾ। ਹੁਣ ਮਨ ਕਰਕੇ ਸਤਿਗੁਰੂ ਕਹਿੰਦੇ ਵੀ ਇੰਨੇ ਨੀਵੇਂ ਹੋ ਜੋ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਣ, ਤਿੱਥੇ ਨਦਰ ਤੇਰੀ ਬਖਸ਼ੀਸ਼। ਬਈ ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋਵਾਂਗੇ, ਓਨਾ ਹੀ ਅਸੀਂ ਸੁਖੀ ਹੋਵਾਂਗੇ। ਹੁਣ ਮਨ ਕਿਹੜਾ ਨੀਵਾਂ ਹੋਏਗਾ? ਜਿਹੜਾ ਗੁਰੂ ਦੀ ਮੱਤ ਲੈਂਦਾ, ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੇਗਾ, ਉਹ ਮਨ ਨੀਵਾਂ ਅਤੇ ਨਿਮਾਣਾ ਹੋਏਗਾ। ਜਿਹੜਾ ਆਪਦੀ ਮੱਤ ਵਰਤੇਗਾ, ਉਹ ਹੰਕਾਰੀ ਹੋਏਗਾ। ਹੁਣ ਤਾਈਓ ਮਹਾਰਾਜ ਕਹਿੰਦੇ ਵੀ ਮਨ ਕਰਕੇ ਮਸਕੀਨ ਹੋ, ਵੀ ਜਿਹੜੇ ਹੰਕਾਰੀ ਉਹ ਗਰਭ 'ਚ ਗਲ ਜਾਂਦੇ। ਸੁਖੀ ਵਸੇ ਮਸਕੀਨੀਆਂ, ਆਪ ਨਿਵਾਰਤ ਲੈ, ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। ਹੁਣ ਮਨ ਸਾਡਾ ਗੱਲਾਂ ਬਾਤਾਂ ਨਾਲ ਨੀਵਾਂ ਨਹੀਂ ਹੁੰਦਾ। ਉਹਦੇ ਵਾਸਤੇ ਸਾਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ, ਗੁਰੂ ਦਾ ਵਚਨ ਮੰਨਣਾ ਪੈਂਦਾ, ਆਪਦੀ ਮੱਤ ਤਿਆਗਣੀ ਪੈਂਦੀ। ਸੋ ਉਹਦੇ ਵਾਸਤੇ ਫਿਰ ਇਹ ਸਤ ਸੰਗਤ, ਗੁਰੂ ਦੀ ਮੱਤ, ਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ, ਕੀ ਸਾਨੂੰ ਸਮਝਾਉਣਾ ਚਾਹੁੰਦੇ,
ਉਹਦੇ ਲਈ ਜਦੋਂ ਅਸੀਂ ਸਤਿਗੁਰਾਂ ਦੇ ਸਕੂਲ 'ਚ ਆਵਾਂਗੇ ਫਿਰ ਸਾਨੂੰ ਭੇਦ ਖੁੱਲ੍ਹਣਾ। ਜੇ ਹੁਣ ਜੀਵ ਸਤਸੰਗ 'ਚ ਆਉਂਦਾ ਨਹੀਂ, ਸਤਿਗੁਰਾਂ ਦੇ ਸਕੂਲ 'ਚ ਆਉਂਦਾ ਨਹੀਂ, ਅਤੇ ਉਹਨੂੰ ਫਿਰ ਇਹ ਪੜ੍ਹਾਈ ਨਹੀਂ ਆ ਸਕਦੀ, ਉਹਦਾ ਮਨ ਨੀਵਾਂ ਨਹੀਂ ਹੋ ਸਕਦਾ। ਹੁਣ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਸਤ ਸੰਗਤ ਮੇਰਾ ਸਕੂਲ ਹੈ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਵੀ ਜਿੱਥੇ ਆ ਕੇ ਅਸੀਂ ਸਿੱਖਿਆ ਲੈਣੀ, ਜਿੱਥੇ ਆ ਕੇ ਅਸੀਂ ਇਹ ਭੇਤ ਲੈਣਾ ਵੀ ਸਾਡਾ ਮਨ ਕਿਉਂ ਹੰਕਾਰੀ ਹੋ ਗਿਆ। ਹੁਣ ਕਿਹੜੀ ਮੈਲ ਹੈ ਜਿਹੜੀ ਸਾਡੇ ਮਨ ਦੇ ਉੱਤੇ ਚੜ੍ਹਦੀ, ਅਤੇ ਉਹ ਸਾਡੇ ਮਨ ਦੀ ਮੈਲ ਕਿਵੇਂ ਲੱਥੇ ਅਤੇ ਕਿਵੇਂ ਨੀਵਾਂ ਹੋਵੇ, ਕਿਵੇਂ ਨਿਮਾਣਾ ਹੋਵੇ। ਉਹ ਫਿਰ ਸਾਰਾ ਭੇਦ ਸਾਨੂੰ ਸਤਸੰਗ 'ਚ ਆਇਆਂ ਨੂੰ ਮਿਲਣਾ। ਹੁਣ ਜਿਵੇਂ ਬੱਚੇ ਸੰਸਾਰ ਦੀ ਪੜ੍ਹਾਈ ਵਾਸਤੇ ਸਕੂਲਾਂ 'ਚ ਜਾਂਦੇ, ਜੇ ਹੁਣ ਬੱਚਾ ਸਕੂਲ ਨਾ ਜਾਵੇ ਉਹਨੂੰ ਪੜ੍ਹਾਈ ਨਹੀਂ ਆ ਸਕਦੀ। ਜੇ ਉਹ ਸਕੂਲ ਜਾਵੇ ਵੀ ਅਤੇ ਉੱਥੇ ਸਕੂਲ ਨੂੰ ਮੱਥਾ ਟੇਕ ਕੇ ਵਾਪਸ ਆ ਜਾਵੇ, ਉਹਨੂੰ ਤਾਂ ਵੀ ਨਹੀਂ ਪੜ੍ਹਾਈ ਆ ਸਕਦੀ। ਜੇ ਉਹ ਘੁੰਮ ਫਿਰ ਕੇ ਆ ਜਾਵੇ ਅਤੇ ਉਹ ਤਾਂ ਵੀ ਨਹੀਂ ਪਾਸ ਨਹੀਂ ਹੋ ਸਕਦੀ। ਹੁਣ ਇਹੋ ਹਾਲਤ ਸਾਡੇ ਮਨਾਂ ਦੀ ਹੈ, ਸਾਡੇ ਜੀਵਨ 'ਚ। ਬਈ ਜੇ ਅਸੀਂ ਗੁਰੂ ਘਰ ਜਾਂਦੇ ਵੀ ਹਾਂ, ਉੱਥੇ ਗੱਲਾਂ ਮੱਥਾ ਟੇਕ ਕੇ ਵਾਪਸ ਆ ਜਾਂਦੇ, ਪ੍ਰਸ਼ਾਦ ਲਿਆ ਵਾਪਸ ਆ ਕੇ। ਹੁਣ ਜੇ ਅਸੀਂ ਉੱਥੇ ਜਾ ਕੇ ਗੁਰੂ ਘਰ ਬੈਠਾਂਗੇ ਨਹੀਂ, ਅਤੇ ਸਾਨੂੰ ਕੀ ਪਤਾ ਲੱਗਣਾ ਵੀ ਸਾਨੂੰ ਸਤਿਗੁਰੂ ਕੀ ਸਮਝਾਉਂਦੇ ਨੇ, ਸਾਨੂੰ ਕਿਹੜੀ ਵਿਦਿਆ ਪੜ੍ਹਾ ਰਹੇ, ਸਾਨੂੰ ਕੀ ਉਪਦੇਸ਼ ਕਰ ਰਹੇ। ਹੁਣ ਤਾਈਓ ਮਹਾਰਾਜ ਕਹਿੰਦੇ ਵੀ ਕਲਯੁਗ ਦੇ ਸਮੇਂ ਦੇ ਵਿੱਚ ਜੀਵ ਕਰੋੜਾਂ ਵਾਰ ਤੀਰਥਾਂ 'ਤੇ ਜਾਇਆ ਵੀ, ਇਸ਼ਨਾਨ ਕਰਿਆ ਵੀ, ਉਹਦਾ ਮਨ ਹੈ ਜਿਹੜਾ ਉਹ ਹੋਰ ਮੈਲ ਦੇ ਨਾਲ ਭਰਦਾ। ਉੱਥੇ ਜਾ ਕੇ ਅਸੀਂ ਹੋਰ ਮੈਲ ਲਵਾ ਕੇ ਆਉਂਦੇ। ਮਹਾਰਾਜ ਫਰਮਾਉਂਦੇ ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲਮੇ ਮੈਲ ਭਰੀ 'ਚ। ਵੀ ਕਲਯੁਗ ਦੇ ਸਮੇਂ ਦੇ ਵਿੱਚ ਜੀਵਾਂ ਦਾ ਮਨ ਹੋਰ ਮੈਲ ਦੇ ਨਾਲ ਭਰ ਜਾਂਦਾ। ਆ ਕੇ ਤੀਰਥ 'ਤੇ ਅਸੀਂ ਜਾਂਦੇ ਹਾਂ, ਜੇ ਸਾਨੂੰ ਗਿਆਨ ਨਹੀਂ, ਜੇ ਸਾਨੂੰ ਸੋਝੀ ਨਹੀਂ, ਉੱਥੇ ਮਨ ਦਾ ਤਾਂ ਇਸ਼ਨਾਨ ਹੁੰਦਾ ਹੀ ਨਹੀਂ। ਤਨ ਦਾ ਇਸ਼ਨਾਨ ਕਰ ਲਿਆ ਅਤੇ ਸੰਸਾਰ ਦੀਆਂ ਗੱਲਾਂ ਕਰ ਲਈਆਂ, ਘੁੰਮ ਫਿਰ ਕੇ ਵਾਪਸ ਆ ਕੇ ਸਾਨੂੰ ਲਾਭ ਕੀ ਹੋਇਆ, ਸਾਨੂੰ ਲਾਹਾ ਕੀ ਹੋਇਆ। ਉੱਥੇ ਜਾ ਕੇ ਸਗਾ ਅਤੇ ਹੋਰ ਮੈਲ ਲਵਾ ਕੇ ਆ ਗਏ ਉੱਥੇ। ਤਾਂ ਮਹਾਰਾਜ ਕਹਿੰਦੇ ਵੀ ਜੇ ਅਸੀਂ ਉਹੀਓ ਸਾਧ ਸੰਗਤ ਕਰੀਏ, ਜੇ ਅਸੀਂ ਸਤਿਗੁਰਾਂ ਦੇ ਸਕੂਲ 'ਚ ਆਈਏ ਅਤੇ ਅਸੀਂ ਸ਼ਬਦ ਦੀ ਵਿਚਾਰ ਕਰੀਏ ਜਾਂ ਸੁਣੀਏ, ਫਿਰ ਸਾਡਾ ਮਨ ਨਿਰਮਲ ਹੁੰਦਾ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੇ। ਵੀ ਜੇ ਅਸੀਂ ਸਾਧ ਸੰਗ 'ਚ ਬੈਠ ਕੇ ਮਾਲਕ ਦੇ ਗੁਣ ਗਾਈਏ, ਪਰਮਾਤਮਾ ਦਾ ਸਿਮਰਨ ਕਰੀਏ, ਫਿਰ ਸਾਡਾ ਮਨ ਨਿਰਮਲ ਹੋਵੇ ਅਤੇ ਇਹਦੀ ਮੈਲ ਲੱਥੇ ਮਨ ਦੀ। ਸੋ ਜੇ ਹੁਣ ਸਾਡਾ ਮਨ ਹੀ ਮੈਲਾ ਹੈ, ਹੁਣ ਤੁਹਾਨੂੰ ਤਾਂ ਜਿੰਨਾ ਮਰਜ਼ੀ ਇਸ਼ਨਾਨ ਕਰੀ ਚੱਲੀਏ, ਜਿੰਨੇ ਮਰਜ਼ੀ ਤੀਰਥਾਂ 'ਤੇ ਜਾਏ, ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ, ਜਗਤ ਭਰਮ ਭੁਲਾਇਆ ਬਿਰਲਾ ਬੂਝੇ। ਬਈ ਵਿਰਲੇ ਗੁਰਮੁਖ ਇਹ ਗੱਲ ਬੁੱਝਦੀ ਵੀ ਜੇ ਸਾਡਾ ਮਨ ਮੈਲਾ ਅਤੇ ਸਾਰਾ ਕੁਛ ਹੀ ਮੈਲਾ। ਤਨ ਨੂੰ ਧੋਣ ਦੇ ਨਾਲ ਮਨ ਤਾਂ ਧੋਤਾ ਨਹੀਂ ਜਾਂਦਾ। ਸਾਰੀ ਜਿਹੜੀ ਕਹਾਣੀ ਸਾਡੇ ਮਨ ਦੀ ਚੱਲਦੀ ਵੀ ਸਾਡਾ ਮਨ ਕਿਵੇਂ ਨਿਰਮਲ ਹੋਵੇ। ਹੁਣ ਜੇ ਸਾਨੂੰ ਗਿਆਨ ਨਹੀਂ ਮੰਨਦਾ ਅਤੇ ਉੱਥੇ ਜਾ ਕੇ ਅਸੀਂ ਹੋਰ ਹਉਮੈ, ਹੋਰ ਹੰਕਾਰ ਦੀ ਮੈਲ ਲਾ ਕੇ ਆ ਜਾਂਦੇ। ਮਹਾਰਾਜ ਤਾਈਓ ਕਹਿੰਦੇ ਬਈ ਤੀਰਥਾਂ 'ਤੇ ਜਾਂਦੇ ਅਤੇ ਜੀਵ ਹੋਂ ਹੋਂ ਕਰਤ ਵੀ ਉੱਥੇ ਜੇ ਮੈਲ ਲਾਉਣੀ ਤਾਂ ਉੱਥੋਂ ਦੂਣੀ ਹੋਰ ਲਵਾ ਕੇ ਆ ਜਾਂਦੀ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਆ ਆਪਾਂ ਨੂੰ ਵੀ ਸਾਡੇ ਮਨ ਵਾਸਤੇ ਜੋ ਤੀਰਥ ਹੈ ਉਹ ਨਾਮ ਹੈ, ਸ਼ਬਦ ਦੀ ਵਿਚਾਰ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵੀ ਤੁਸੀਂ ਅੰਤਰਗਤ ਤੀਰਥ ਦੇ ਵਿੱਚ ਇਸ਼ਨਾਨ ਕਰੋ, ਅੰਤਰਗਤ ਤੀਰਥ ਮਲ ਨਹਾਵੋ। ਵੀ ਅਸੀਂ ਅੰਤਰਮੁਖੀ ਹੋ ਕੇ ਉਹ ਤੀਰਥ ਦੇ ਵਿੱਚ ਇਸ਼ਨਾਨ ਕਰਨਾ, ਜਾਂ ਸ਼ਬਦ ਦੀ ਵਿਚਾਰ ਕਰਕੇ ਸਾਡੇ ਮਨ ਦਾ ਇਸ਼ਨਾਨ ਹੋਣਾ। ਜਦੋਂ ਹੁਣ ਆਪਾਂ ਸਤਸੰਗ 'ਚ ਆਉਂਦੇ ਹਾਂ, ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਮਨ ਤਨ ਧੋਵੇ ਸ਼ਬਦ ਵਿਚਾਰੀ। ਸ਼ਬਦ ਦੀ ਵਿਚਾਰ ਕਰਾਂਗੇ, ਸੁਣਾਂਗੇ, ਫਿਰ ਸਾਡਾ ਮਨ ਧੋਤਾ ਜਾਣਾ। ਜੇ ਹੁਣ ਅਸੀਂ ਸੁਣਾਂਗੇ ਨਹੀਂ ਜਾਂ ਕਰਾਂਗੇ ਨਹੀਂ ਤਾਂ ਸਾਡੇ ਮਨ ਨੇ ਧੋਤਾ ਹੀ ਨਹੀਂ ਜਾਣਾ। ਫਿਰ ਅਸੀਂ ਬਾਹਰੀ ਚਾਹੇ ਕਿੰਨਾ ਸੋਹਣਾ ਮਰਜ਼ੀ ਦਿਖਾਵਾ ਕਰ ਲਈਏ, ਬਾਹਰੀ ਲਿਬਾਸ ਪਾ ਲਈਏ ਗੁਰਮੁਖਾਂ ਵਾਲਾ, ਪਰ ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਸ਼ਬਦ ਦੀ ਵਿਚਾਰ ਨਹੀਂ ਕਰਦੇ, ਨਹੀਂ ਸਤ ਸੰਗਤ ਕਰਦੇ, ਤਾਂ ਸਾਡਾ ਮਨ ਨਹੀਂ ਧੋਤਾ ਜਾਂਦਾ। ਹੁਣ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀ ਸਾਡਾ ਮਨ ਧੋਤਾ ਗਿਆ ਕਿ ਸਾਡਾ ਮਨ ਮੈਲਾ ਹੈ? ਉਹਦੇ ਵਾਸਤੇ ਫਿਰ ਇਹ ਗਿਆਨ ਆ ਗੁਰੂ ਦੀ ਮੱਤ। ਜਿਹੜੀ ਚੀਜ਼ ਸਾਡੇ ਮਨ ਦੇ ਵਿੱਚ ਵਸੀ ਹੁੰਦੀ ਹੈ ਉਹ ਸਾਡੇ ਮੁਖ ਰਾਹੀਂ ਬਾਹਰ ਨਿਕਲਦੀ। ਜੇ ਹੁਣ ਆਪਣਾ ਮਨ ਮੈਲਾ ਹੈ ਤੇ ਸਾਡੇ ਮੁਖ ਰਾਹੀਂ ਮੈਲ ਨਿਕਲਣੀ। ਬਈ ਅਸੀਂ ਕਿਸੇ ਦੀ ਨਿੰਦਿਆ ਕਰਾਂਗੇ, ਦੁਬਦਾ ਵੈਰ ਵਿਰੋਧ ਦੀ ਗੱਲ ਕਰਾਂਗੇ, ਫਿੱਕੇ ਬੋਲ ਬੋਲਾਂਗੇ, ਇਹ ਜਿਹੜਾ ਮਨ ਮੈਲਾ, ਜਿਹਦੇ ਅੰਦਰ ਮੈਲ ਭਰੀ ਹੋਈ, ਉਹਦੀ ਨਿਸ਼ਾਨੀ ਹੈ। ਉਹਦੇ ਮੁਖ ਦੇ ਵਿੱਚੋਂ ਦੁਰਗੰਧ ਆਉਂਦੀ। ਦੁਰਗੰਧ ਕਿੱਦਾਂ ਵੀ ਜਦੋਂ ਬੋਲੇਗਾ ਉਹਨੇ ਮੁਖ ਦੇ ਵਿੱਚੋਂ ਗੰਧ ਹੀ ਕੱਢਣਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਮੁਖ ਆਵਤ ਤਾਂ ਕਿ ਦੁਰਗੰਧ। ਵੀ ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਨਹੀਂ ਸ਼ਬਦ ਦੀ ਵਿਚਾਰ ਕਰਦੇ, ਨਹੀਂ ਸਤ ਸੰਗਤ ਕਰਦੇ, ਉਹਨਾਂ ਦੇ ਮੁਖ ਦੇ ਵਿੱਚੋਂ ਦੁਰਗੰਧ ਆਉਂਦੀ। ਬੈਰ ਵਿਰੋਧ ਦੀ, ਈਰਖਾ ਨਫ਼ਰਤ ਦੀ, ਨਿੰਦਿਆ ਚੁਗਲੀ ਦੀ, ਹਉਮੈ ਹੰਕਾਰ ਦੀ। ਹੁਣ ਜਦੋਂ ਜੀਵ ਬੋਲਦਾ, ਤੇ ਜੇ ਆਪਾਂ ਹੁਣ ਗਿਆਨ ਲੈ ਕੇ ਚੱਲਦੇ ਹਾਂ ਸਤਿਗੁਰਾਂ 'ਚ, ਫਿਰ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਮਨ ਸ਼ੁੱਧ ਨਹੀਂ, ਇਹਨਾਂ ਦੇ ਮਨ ਦੇ ਵਿੱਚ ਮੈਲ ਭਰੀ ਹੋਈ। ਜੇ ਆਪਣਾ ਮਨ ਸ਼ੁੱਧ ਹੋ ਗਿਆ, ਨਿਰਮਲ ਹੈ, ਇਹ ਆਪਣੇ ਹਿਰਦੇ 'ਚ ਵਾਹਿਗੁਰੂ ਵਸੇ। ਇਹ ਜਦੋਂ ਆਪਾਂ ਬੋਲਾਂਗੇ, ਆਪਾਂ ਮਾਲਕ ਦੀ ਵਡਿਆਈ ਕਰਾਂਗੇ, ਉਹਦੀ ਉਸਤਤ ਕਰਾਂਗੇ, ਸਾਡੇ ਮੁਖ 'ਚੋਂ ਵਾਹਿਗੁਰੂ ਹੀ ਨਿਕਲਣ। ਫਿਰ ਉਦੋਂ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਮਨ ਨਿਰਮਲ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਹੀ ਹੋਏਗਾ, ਤਾਂ ਹੀ ਸਾਨੂੰ ਪਤਾ ਲੱਗੇਗਾ, ਕਿਉਂਕਿ ਇਹ ਸਾਨੂੰ ਬ੍ਰਹਮ ਵਿਦਿਆ ਦੇ ਵਿੱਚ ਸਿਖਾਇਆ ਜਾਂਦਾ। ਸਾਰੀ ਗੁਰਬਾਣੀ ਗੁਰੂ 1430 ਅੰਗੇ ਬ੍ਰਹਮ ਦਾ ਗਿਆਨ ਨੇ, ਬ੍ਰਹਮ ਵਿਦਿਆ। ਬਈ ਜਿਵੇਂ ਸੰਸਾਰ 'ਚ ਇੱਕ ਤਾਂ ਹੁੰਦੀ ਨਾ ਪੜ੍ਹਾਈ, ਜਿਵੇਂ ਸੰਸਾਰ ਦੀ ਵਿਦਿਆ, ਜਾਂ ਜਿਵੇਂ ਕਈ ਜੀਵ ਪੱਤਰੀ ਖੋਲ੍ਹਦੇ, ਉਹ ਪੱਤਰੀ ਖੋਲ੍ਹ ਕੇ ਉਹਨਾਂ ਨੇ ਵਿਦਿਆ ਪੜ੍ਹੀ ਹੁੰਦੀ। ਹੁਣ ਇਹ ਜਿਹੜੀ ਵਿਦਿਆ, ਬ੍ਰਹਮ ਵਿਦਿਆ, ਇਹ ਸਭ ਤੋਂ ਸ੍ਰੇਸ਼ਟ ਅਤੇ ਸਭ ਤੋਂ ਉੱਤਮ ਹੈ। ਜੇ ਅਸੀਂ ਇਹ ਵਿਦਿਆ ਲੈ ਲਾਂਗੇ, ਸਾਡੇ ਹਿਰਦੇ 'ਚ ਵਸ ਜੇਗੀ ਇਹ ਵਿਦਿਆ ਬ੍ਰਹਮ, ਫਿਰ ਉਹ ਜੀਵ, ਉਹ ਗੁਰਮੁਖ, ਉਹ ਪਰਉਪਕਾਰੀ ਹੋ ਜਾਂਦੀ। ਮਹਾਰਾਜ ਇਸੇ ਪ੍ਰਥਾਏ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਈ ਜੇ ਅਸੀਂ ਇਹ ਵਿਦਿਆ ਦੀ ਵਿਚਾਰ ਕਰਾਂਗੇ ਤੇ ਸਾਡਾ ਮਨ ਪਰਉਪਕਾਰੀ ਹੋ ਜਾਏਗਾ। ਬਈ ਇਸੇ ਕਰਕੇ ਗੁਰਮੁਖ, ਸੰਤ, ਸਾਧੂ ਜਨ, ਗੁਰਸਿੱਖ, ਉਹ ਪਰਉਪਕਾਰੀ ਹੁੰਦੇ। ਕਿਉਂਕਿ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੈ, ਇਸ ਕਰਕੇ ਉਹ ਪਰਉਪਕਾਰ ਕਰਦੇ। ਸਾਡੇ ਮਨਾਂ ਦੇ ਉੱਤੇ ਦਇਆ ਕਰਦੇ ਉਹ ਆਪਣੇ 'ਤੇ। ਹੁਣ ਇਹੋ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਇਹ ਵਿਦਿਆ ਲੈ ਲਾਂਗੇ ਤਾਂ ਅਸੀਂ ਸੁਖੀ ਹੋ ਜਾਵਾਂਗੇ। ਜਿਹੜੇ ਸਾਡੇ ਮਨ ਨੇ ਸੀਤਲ ਹੋ ਜਾਣਗੇ, ਠੰਡੇ ਹੋ ਜਾਣਗੇ, ਨਿਰਮਲ ਹੋ ਜਾਣਗੇ। ਫਿਰ ਦੁਰਮਤ ਦੀ ਅਗਨ
ਸਾਡੇ ਮਨ ਨੂੰ ਸਾੜੇਗੀ ਨਹੀਂ, ਫਿਰ ਅਸੀਂ ਦੁਬਿਧਾ 'ਚ ਨਹੀਂ ਜਲਾਂਗੇ, ਫਿਰ ਅਸੀਂ ਵੈਰ ਵਿਰੋਧ 'ਚ ਨਹੀਂ ਜਾਵਾਂਗੇ, ਫਿਰ ਸਾਡਾ ਮਨ ਕਲਪੇਗਾ ਨਹੀਂ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਬਈ ਜੀਵ ਜਿਨ੍ਹਾਂ ਨੇ ਇਹ ਗਿਆਨ ਨਹੀਂ ਲਿਆ, ਬੇਸ਼ੱਕ ਬਾਹਰੀ ਉਹਨਾਂ ਨੇ ਕਿੰਨਾ ਸੋਹਣਾ ਵੀ ਲਿਬਾਸ ਪਾਇਆ ਹੈ, ਪਰ ਕਲਪਦੇ ਬੜੇ ਨੇ, ਦਿਨ ਰਾਤ ਕਲਪੀ ਜਾਣਗੇ, ਦੂਜਿਆਂ 'ਤੇ ਛੋਟੀ ਛੋਟੀ ਗੱਲ 'ਤੇ ਗੁੱਸਾ ਹੋਈ ਜਾਣਗੇ, ਭੜਕੀ ਜਾਣਗੇ, ਮਨ ਸ਼ਾਂਤ ਹੋਏ, ਫਿੱਕੇ ਬੋਲ ਬੋਲਣਗੇ। ਹੁਣ ਜਿਹੜੇ ਐਸੇ ਜੀਵ ਨੇ, ਹੁਣ ਉਹਨਾਂ ਨੂੰ ਆਪਾਂ ਕੀ ਆਖਾਂਗੇ ਵੀ ਇਹਨਾਂ ਨੂੰ ਗਿਆਨ ਹੈ, ਵੀ ਇਹਨਾਂ ਨੇ ਬ੍ਰਹਮ ਵਿਦਿਆ ਲਈ ਹੈ। ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ, ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਇਹ ਸਿੱਖਿਆ ਲੈ ਲਈ, ਫਿਰ ਉਹਨਾਂ ਦੀ ਤਾਂ ਮਾਰੇ ਨਿਸ਼ਾਨੀ ਦੱਸਦੇ, ਕਹਿੰਦੇ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ ਸੋ ਜਨ ਕੀ ਉਦਕ ਸਮਾਨ। ਜਿਹੜੀ ਜਵਾਲਾ ਇਹਦੇ ਵਿੱਚ ਤਾਂ ਸੜਦੇ ਨੇ ਸਾਰੇ ਜੀਵ ਦੁਰਮਤ ਦੀ ਅਗਨ ਦੇ ਵਿੱਚ। ਜੇ ਹੁਣ ਆਪਾਂ ਵੀ ਸੜ ਰਹੇ ਹਾਂ ਇਹਦੇ ਵਿੱਚ, ਵੈਰ ਵਿਰੋਧ ਦੇ ਵਿੱਚ, ਈਰਖਾ ਨਫ਼ਰਤ ਦੇ ਵਿੱਚ ਹੀ, ਅਤੇ ਫਿਰ ਅਸੀਂ ਸਿੱਖਿਆ ਕੀ ਲਈ? ਫਿਰ ਅਸੀਂ ਗੁਰੂ ਪਾਸੋਂ ਕੀ ਸਿੱਖਿਆ ਅਤੇ ਕੀ ਅਸੀਂ ਇਹਨਾਂ ਤੋਂ ਗਿਆਨ ਲਿਆ? ਵੀ ਕਿਉਂਕਿ ਜੋ ਸਾਨੂੰ ਸਤਿਗੁਰੂ ਸਮਝਾ ਰਹੇ ਸੀ, ਜੇ ਅਸੀਂ ਉਹ ਚੀਜ਼ ਨੂੰ ਸਮਝਦੇ, ਫਿਰ ਤਾਂ ਸਾਡੇ ਮਨ ਠੰਡੇ ਹੋ ਜਾਂਦੇ, ਸੀਤਲ ਹੋ ਜਾਂਦੇ, ਅਸੀਂ ਸਹਿਜ ਵਿੱਚ ਆ ਜਾਂਦੇ, ਆਪਦੇ ਘਰ ਚਲੇ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਅਸੀਂ ਸੰਤਾਂ ਦਾ ਬਚਨ ਮੰਨੀਏ, ਜੇ ਅਸੀਂ ਗੁਰੂ ਦਾ ਬਚਨ ਮੰਨੀਏ, ਤਾਂ ਫਿਰ ਅਸੀਂ ਤਰ ਸਕਦੇ ਹਾਂ, ਨਹੀਂ ਅਸੀਂ ਤਰ ਨਹੀਂ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਬਈ ਜੇ ਤਾਂ ਅਸੀਂ ਸੰਤਾਂ ਦਾ ਬਚਨ ਮੰਨੀਏ, ਕਮਾਈਏ, ਤਾਂ ਅਸੀਂ ਤਰ ਜਾਂਦੇ। ਜੇ ਨਹੀਂ ਮੰਨਦੇ, ਫਿਰ ਸਾਡਾ ਮਨ ਦੁਖੀ ਰਹਿੰਦਾ, ਫਿਰ ਅਸ਼ਾਂਤ ਰਹਿੰਦਾ, ਫਿਰ ਅਸੀਂ ਕਹਿੰਦੇ ਵੀ ਸਾਨੂੰ ਸ਼ਾਂਤੀ ਨਹੀਂ ਆਉਂਦੀ। ਹੁਣ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ ਤਾਂ ਫਿਰ ਤੁਸੀਂ ਸਿਮਰਨ ਕਰੋ, ਸਿਮਰਨ ਕਰਕੇ ਤੁਸੀਂ ਸੁਖੀ ਹੋਵੋਗੇ ਅਤੇ ਤੁਹਾਡਾ ਕਾਲਾ ਕਲੇਸ਼ ਮਿਟ ਜੇਗਾ। ਮਹਾਰਾਜ ਇਸ ਲਈ ਰੋਜ਼ ਸਮਝਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਓ। ਹੁਣ ਸੁੱਖ ਤਾਂ ਸਾਰੇ ਭਾਲਦੇ, ਸੰਸਾਰ ਦੇ ਵਿੱਚ ਜੀਵ ਕੋਈ ਵੀ ਦੁੱਖ ਨਹੀਂ ਮੰਗਦਾ, ਪਰ ਮਹਾਰਾਜ ਕਹਿੰਦੇ ਜੀਵ ਅਸੀਂ ਐਸੇ ਜਵਾਰੀ ਦੇਖੇ ਸੁੱਖ ਸਭ ਮੰਗਦੇ, ਅਤੇ ਉਹਨਾਂ ਨੂੰ ਆਖੀ ਵੀ ਸਿਮਰਨ 'ਚ ਸੁੱਖ ਹੈ, ਸਿਮਰਨ ਕਰੋ, ਸਤ ਸੰਗਤ ਕਰੋ, ਫਿਰ ਸੁਖੀ ਹੋਵੋਗੇ। ਉਹ ਜੀਵ ਕਰਦਾ ਨਹੀਂ, ਫਿਰ ਉਹ ਕਿਵੇਂ ਸੁਖੀ ਹੋਏਗਾ? ਕਿਵੇਂ ਉਹਦੀ ਕਲਪਨਾ ਖਤਮ ਹੋਏਗੀ? ਫਿਰ ਤਾਂ ਹੋ ਹੀ ਨਹੀਂ ਸਕਦੀ। ਮਹਾਰਾਜ ਇਸੇ ਅਵਸਥਾ 'ਚ ਦੇਖ ਕੇ ਕਹਿੰਦੇ, ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਬਈ ਐਸੇ ਜਵਾਰੀ ਦੇਖੇ ਜੀਵ, ਸੁੱਖ ਸਭ ਮੰਗਦੇ। ਇਹ ਮਹਾਰਾਜ ਕਹਿੰਦੇ ਸੁਖੀ ਹੋਣਾ ਤੇ ਸਿਮਰਨ ਕਰੋ, ਅਤੇ ਉਹ ਜੀਵ ਕਰਦਾ ਨਹੀਂ। ਮਹਾਰਾਜ ਕਹਿੰਦੇ ਸੁਖੀ ਹੋਣਾ ਤੇ ਆਪਦੀ ਮੱਤ ਛੱਡੋ, ਹੁਕਮ ਨੂੰ ਬੁੱਝੋ। ਮਨ ਕੀ ਮਤ ਤੇ ਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਵੀ ਤੁਸੀਂ ਆਪਦੀ ਮਤ ਨੂੰ ਛੱਡ ਕੇ ਹੁਕਮ ਨੂੰ ਬੁੱਝ ਕੇ ਤੇ ਸੁੱਖ ਦੀ ਪ੍ਰਾਪਤੀ ਕਰ ਲਓ, ਹੁਕਮ ਦੇ ਵਿੱਚ ਆਓ। ਹੁਣ ਜੀਵ ਹੁਕਮ ਨੂੰ ਬੁੱਝਣ ਦੀ ਬਜਾਏ, ਗੁਰੂ ਦਾ ਬਚਨ ਮੰਨਣ ਦੀ ਬਜਾਏ, ਉਹਦਾ ਸੁੱਖ ਮੰਗਦਾ, ਅਤੇ ਜੋ ਗੁਰੂ ਬਚਨ ਕਹਿ ਰਿਹਾ ਉਹ ਬਚਨ ਨਹੀਂ ਮੰਨਦਾ। ਅਤੇ ਜੇ ਬਚਨ ਨਹੀਂ ਮੰਨਾਂਗੇ ਤਾਂ ਫਿਰ ਕਿਵੇਂ ਸੁਖੀ ਹੋਵਾਂਗੇ? ਔਰ ਇਸੇ ਵਾਸਤੇ ਜੀ ਫਿਰ ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ? ਬਈ ਜੇ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ, ਅਤੇ ਫਿਰ ਇਹਦੇ ਵਿੱਚ ਗੁਰੂ ਨੂੰ, ਸਤਿਗੁਰੂ ਨੂੰ ਕੀ ਦੋਸ਼? ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੇ ਚੂਕ, ਆਂਦੇ ਏਕ ਨਾ ਲੱਗੇ ਜਿਉਂ ਬਾਂਸ ਵਜਾਈਏ ਫੂਕ। ਬਈ ਸੱਚਾ ਸਤਿਗੁਰੂ ਕੀ ਕਰੇ?
ਜੇ ਇੱਕ ਸਿੱਖ ਨੇ ਕਹਿਣਾ ਹੀ ਨਹੀਂ ਮੰਨਣਾ, ਉਹਨੇ ਬਚਨ ਹੀ ਨਹੀਂ ਮੰਨਣਾ, ਤੇ ਫਿਰ ਸਤਿਗੁਰੂ ਵੀ ਕੀ ਕਰ ਸਕਦੇ। ਔਰ ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਸਾਰਾ ਸਾਡੇ ਮੰਨਣ 'ਤੇ ਵੀ ਅਸੀਂ ਕਿੰਨਾ ਕੁ ਗੁਰੂ ਦਾ ਬਚਨ ਮੰਨਦੇ। ਇਹ ਆਪਾਂ ਨੂੰ ਕੋਈ ਬਹੁਤਾ ਲੰਮਾ ਚੌੜਾ ਤਾਂ ਆਖੀਆਂ ਨਹੀਂ, ਸਾਨੂੰ ਤਾਂ ਕਹਿੰਦੇ ਵੀ ਇੱਕ ਸ਼ਬਦ ਹੈ, ਤੁਸੀਂ ਉਹਨੂੰ ਹੀ ਪ੍ਰਾਣਾਂ 'ਚ ਵਸਾ ਲਓ ਤੇ ਤੁਸੀਂ ਦੁਬਾਰਾ ਵਾਪਸ ਜੂਨਾਂ 'ਚ ਨਹੀਂ ਆਓਗੇ। ਮਹਾਰਾਜ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਨਾਮ। ਵੀ ਇੱਕ ਸ਼ਬਦ ਹੈ, ਉਹਨੂੰ ਪ੍ਰਾਣਾਂ 'ਚ ਵਸਾ ਲਓ, ਉਹਨੂੰ ਹਿਰਦੇ 'ਚ ਵਸਾ ਲਓ, ਦੁਬਾਰਾ ਨਹੀਂ ਆਓਗੇ। ਉਹਨੂੰ ਇੱਕ ਸ਼ਬਦ ਹੀ ਸਾਨੂੰ ਮਨ 'ਚ ਵਸਾਉਣਾ ਔਖਾ ਹੋਇਆ। ਜੇ ਤਾਂ ਕੋਈ ਬਹੁਤਾ ਹੋਵੇ ਫਿਰ ਤਾਂ ਆਖੀ। ਹੁਣ ਮਹਾਰਾਜ ਇਸ ਲਈ ਕਹਿੰਦੇ ਵੀ ਹੁਣ ਮੰਨਣਾ ਤਾਂ ਅਸੀਂ ਵੀ ਗੁਰੂ ਨੇ ਤਾਂ ਸਾਨੂੰ ਉਪਦੇਸ਼ ਕਰਨਾ, ਅਤੇ ਸਿੱਖਾਂ ਨੇ ਉਹ ਉਪਦੇਸ਼ ਨੂੰ ਕਮਾਉਣਾ ਹੁੰਦਾ, ਮੰਨਣਾ ਹੁੰਦਾ। ਜਿਵੇਂ ਹੁਣ ਆਪਣੇ ਸਤਿਗੁਰੂ ਨੇ, ਆਪਾਂ ਇਹਨਾਂ 'ਤੇ ਕਿੰਤੂ ਪਰੰਤੂ ਥੋੜ੍ਹੀ ਕਰ ਸਕਦੇ। ਸਤਿਗੁਰੂ ਨੇ ਤਾਂ ਹੁਕਮ ਸੁਣਾਉਣਾ ਵੀ ਆਹ ਤੁਸੀਂ ਗੱਲ ਵੀ ਇਹਨੂੰ ਮੰਨੋ, ਅਤੇ ਅਸੀਂ ਉਹਨੂੰ ਮੰਨਣਾ। ਇਹ ਤਾਂ ਪੁੱਛਣਾ ਹੀ ਨਹੀਂ ਵੀ ਇੱਦਾਂ ਕਾਹਤੋਂ ਆਏ ਅਤੇ ਆਏਂ ਕਾਹੋਂ। ਜੇ ਅਸੀਂ ਵਚਨ ਮੰਨਾਂਗੇ ਅਤੇ ਅਸੀਂ ਤਰ ਜਾਵਾਂਗੇ। ਜਿਹਨੇ ਮੰਨਣਾ ਨਹੀਂ ਉਹ ਫਿਰ ਕਿੰਤੂ ਪਰੰਤੂ 'ਚ ਪੈ ਜਾਂਦਾ ਵੀ ਆਏਂ ਕਿਵੇਂ ਹੋ ਸਕਦਾ ਸੀ। ਫਿਰ ਮਹਾਰਾਜ ਇਸ ਲਈ ਸਾਨੂੰ ਕਹਿੰਦੇ ਵੀ ਜੋ ਗੁਰਬਾਣੀ ਗੁਰੂ ਕਹਿ ਰਹੇ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨ। ਹਰ ਹਰ ਕਥਾ ਨਿਰਾਲੀ। ਬਈ ਜੋ ਗੁਰੂ ਕਹਿ ਰਹੇ ਉਹਨੂੰ ਭਲਾ ਕਰਕੇ ਮੰਨੋ, ਜੋ ਸਤਿਗੁਰੂ ਕਹਿ ਰਹੇ ਉਹਨੂੰ ਸਤ ਸਤ ਕਰਕੇ ਮੰਨੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਘਰ ਤਾਪ ਮੋਹ ਕਢਾਈ। ਅਸੀਂ ਜੋ ਸਤਿਗੁਰੂ ਸਾਨੂੰ ਕਹਿ ਰਹੇ ਉਹਨੂੰ ਸਤ ਸਤ ਕਰਕੇ ਮੰਨਾਂਗੇ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਾਂਗੇ, ਅਤੇ ਸਾਨੂੰ ਸ਼ਬਦ ਗੁਰੂ ਨਾਲ ਜੋੜ ਦੇਣਗੇ। ਜਿੱਥੋਂ ਸਾਡੇ ਮਨ ਦੀ ਲਿਵ ਟੁੱਟੀ ਹੈ ਨਾਮ ਦੇ ਨਾਲੋਂ, ਸਾਨੂੰ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜ੍ਹਾ ਕਰ ਦਿੰਦੇ। ਕਰਦੇ ਕਿਹਨਾਂ ਨੂੰ? ਜਿਹੜੇ ਮੰਨਦੇ ਨੇ ਕਹਿਣਾ। ਮਹਾਰਾਜ ਇਸ ਲਈ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰ। ਬਈ ਜਿਹੜਾ ਸਿੱਖ ਮੰਨਦਾ ਹੈ ਉਹਨੂੰ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜ੍ਹਾ ਕਰ ਦਿੰਦੇ, ਸਾਡੀ ਟੁੱਟੀ ਹੋਈ ਜੋੜ ਦਿੰਦੇ। ਹੁਣ ਟੁੱਟੀ ਕਿੱਥੋਂ? ਨਾਮ ਦੇ ਨਾਲੋਂ। ਸਾਡੀ ਅੰਦਰੋਂ ਟੁੱਟੀ ਹੈ। ਜੁੜੀ ਕਦੋਂ ਸੀ? ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚ ਹੁੰਦੇ, ਉਦੋਂ ਅਸੀਂ ਜੁੜੇ ਹੁੰਦੇ। ਜਿਉਂ ਹੀ ਇੱਧਰ ਆਏ, ਪਹਿਲਾਂ 9 ਦਰ ਬੰਦ ਸੀ ਮਾਤਾ ਦੇ ਗਰਭ 'ਚ, 10ਵੇਂ 'ਚ ਸੀ ਲਿਵ ਜੁੜੀ ਹੋਈ ਸੀ। ਜਿਉਂ ਹੀ ਇੱਧਰ ਆਏ 9 ਦਰ ਖੁੱਲ੍ਹ ਗਏ, 10ਵਾਂ ਬੰਦ ਹੋ ਗਿਆ ਅਤੇ ਸਾਡੀ ਲਿਵ ਟੁੱਟ ਗਈ। ਮਹਾਰਾਜ ਇਸੇ ਵਰਤਾਏ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਏ। ਸਾਡੀ ਲਿਵ ਟੁੱਟ ਗਈ, ਇਹ ਸਾਡੇ ਮਨ ਨੂੰ ਸੀ ਜਿਹੜੀ ਉਹ ਤ੍ਰਿਸ਼ਨਾ ਲੱਗ ਗਈ। ਹੁਣ ਇਹ ਜਿਹੜੀ ਤ੍ਰਿਸ਼ਨਾ ਸਾਡੇ ਮਨ ਨੂੰ ਲੱਗੀ ਹੈ, ਇਹ ਉਦੋਂ ਲੱਗੀ ਜਦੋਂ ਨਾਮ ਦੇ ਨਾਲੋਂ ਸਾਡੀ ਲਿਵ ਟੁੱਟੀ। ਹੁਣ ਇਹ ਬੁਝੇਗੀ ਕਦੋਂ? ਇਹ ਉਦੋਂ ਬੁਝੇਗੀ ਜਦੋਂ ਫਿਰ ਵਾਪਸ ਨਾਮ ਦੇ ਨਾਲ ਸਾਡੀ ਜੁੜ ਜੇਗੀ। ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ, ਸਾਡੀ ਟੁੱਟੀ ਹੋਈ ਗੰਢੀ ਨਹੀਂ ਜਾਂਦੀ, ਉਹਨਾਂ ਸਮਾਂ ਸਾਡੇ ਮਨ ਦੀ ਜਿਹੜੀ ਤ੍ਰਿਸ਼ਨਾ ਇਹ ਮੁੱਕਦੀ ਨਹੀਂ, ਇਹ ਖਤਮ ਨਹੀਂ ਹੁੰਦੀ। ਮਹਾਰਾਜ ਇਸ ਲਈ ਫਰਮਾਉਂਦੇ ਤ੍ਰਿਸ਼ਨਾ ਬੁਝੇ ਹਰ ਕੇ ਨਾਮ। ਬਈ ਹਰੀ ਦੇ ਨਾਮ ਦੁਆਰਾ ਇਹ ਤ੍ਰਿਸ਼ਨਾ ਬੁਝਣੀ ਮਨ 'ਚ। ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਬੁਝੇਗੀ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ। ਬਈ ਜੇ ਅਸੀਂ ਸਿਮਰਨ ਕਰਾਂਗੇ, ਮਾਲਕ ਨੂੰ ਚੇਤੇ ਕਰਾਂਗੇ, ਸਿਮਰਨ ਕਰਕੇ ਅਸੀਂ ਅੰਦਰੋਂ ਨਾਮ ਦੇ ਨਾਲ ਜੁੜ ਜਾਵਾਂਗੇ ਅਤੇ ਤ੍ਰਿਸ਼ਨਾ ਖਤਮ ਹੋ ਜਾਏਗੀ।
नहीं तो ये तृष्णा खत्म नहीं होंदी जीव की, सारी उम्र लंघ जाती। ना तो साडे नेत्रां की तृष्णा खत्म होवे देखण की, ना ये कन्नां की तृष्णा खत्म होवे सुनन की, ना ये मुख रसना की तृष्णा मुके। महाराज कहते भी ये फिर भुखे मन की निशानी। अखी जड़ियाँ अखां ये नहीं रजदियाँ, ना कन्न रजदे, ना ये मुख रजद। महाराज कहते आखण आख ना रजे, सुन ना रजे कन्न, अखी वेख ना रजियाँ, गुण गाहक एक बन, भुखियां भुख ना उतरे गली भुख ना जाए। बई ये जड़ा मन नूं तृष्णा लगी उहदी ये निशानी। बई ये तृष्णा होने करके इहदी तृष्णा बुझदी नहीं, ना अखां की तृष्णा बुझदी, ना कन्नां की बुझदी, ना मुख की बुझदी। मेरे भुखा दे भुखा रजे किवें? महाराज कहते नानक भुखा तां रजे जे गुण के गुणी समाए। बई जे मालक दे गुण गावे, उहदे गुण गा गा के उहदे विच समावे, मालक दे विच लीन होवे, फिर भुखे दी भुख खत्म होवे, फिर भुखा रज, नहीं तो रजदा नहीं। संसार का असीं कितना भी साजो समान इकट्ठा कर लीए, इहदे नाल साडे मन की भुख नहीं जाती। महाराज ताइयों फरमाउंदे भुखियां भुख ना उतरे जे बन्ना पुरियां भार। बई जीव किन्नियां पुरियां, किन्ने पिंडां शहरां दा, किन्नियां जमीन जायदादां दा मालक बन जे, भुखे की भुख नहीं उतरदी, भुख होर वधदी जांदी अगे दी अगे। हुण महाराज कहंदे भी ये भुखे ने रजना तां जे मालक दे गुण गावे, जे सिमन करे, सिमन करके सहज विच आवे, अपने घर आवे, नाम दे नाल जुड़े, तो फिर इहदी तृष्णा खत्म होगी। नहीं तो इहदी तृष्णा जिहड़ी अगे दी अगे वधदी जांदी, मुकदी होई नहीं। हुण ताइयों आवा संसार दे विच देखदे आ ना भी जीव गांह दी गांह होर वधदा जांदा, भी उहदी तृष्णा जिहड़ी वो खत्म नहीं हुंदी, गांह दी गांह होर लगी रहिंदी, होर गांह दी गांह अगे दी अगे। महाराज ताइयों कहंदे तृष्णा विरले की ही बूझी है, कोट जोरे लाख करोड़े मन ना होरे, परे परे को ही लूझी है। हुण सानू ये भरम बनिया रहिंदा भी होर किसे दी नहीं बुझी होनी, जे सानू इन्ना क मिल जे साडी बुझ जू। महाराज कहंदे जदों उहदी नहीं बुझी, बुझनी थोड़ी मैनूं। जिवें हुण आपां नूं ताइयों समझाउंदे भी सारी सृष्टि दा किसे नूं राज भी दिता जावे, वो राजा बन गया। हुण राजे की जिहड़ी तृष्णा, वो तृष्णा थोड़ी खत्म होंदी, ਉਹਦੇ मन ਨੂੰ थोड़ी सुख मिलता, मन ਨੂੰ थोड़ी शांति आती। मन है जिहड़ा ਉਹਦਾ भी दुखी है, शांत सुखी ਉਹ ਤਾਂ हो सकता जे ਉਹ मालक ਦੇ गुण गावे, जे ਉਹ सिमन करे। ਹੁਣ राजे ਕੋਲ कोई धन दौलत की थोड़ी कमी है, मान सत्कार, नौकर चाकर सब कुछ ਉਹਦੇ ਕੋਲ, पर फिर भी दुखी। महाराज ताइयों कहते सगल श्रेष्ठ को राजा दुखी है, हर का नाम जपत होए सुखी है। बई जिहड़ा परमात्मा का नाम जपदा उही वो सुखी है, होर संसार दे विच कोई सुखी नहीं। सो इस करके कहते भी ये तृष्णा जीव की इधर बुझदी नहीं, गांह दी गांह होर वधदी जांदी अगे तो अगे। ਇਹਦੇ ਵਿੱਚ ਰਹਿਣਾ जीव ने भुखा ही है, उन्हें रहना मंगता ही है, भखारी भी बनया रहना। जे असी मालक का सिमन करिए तो असी राजी। इस वास्ते फिर आइयों भगतां ने आख्या भी जिहड़ा सुख मालक की भगती दे विच, जिहड़ा उहदी सेवा दे विच, वो सुख तो संसार के राज भाग दे विच नहीं। जो सुख प्रभ गोबिंद की सेवा, सो सुख राज न लहीए। वो सुख तो राज दे विच, राज तो असीं की कराउणा।
ਵੀ ਅਸੀਂ ਤਾਂ ਮਾਲਕ ਦੀ ਸੇਵਾ ਚਾਹੁੰਦੇ ਹਾਂ, ਪਰਮਾਤਮਾ ਦੀ, ਵੀ ਸਾਡਾ ਮਨ ਉਹਦਾ ਨੌਕਰ, ਉਹਦਾ ਚਾਕਰ ਬਣ ਜੇ। ਉਹ ਜਿਹੜਾ ਉਹਦੀ ਚਾਕਰੀ ਕਰਕੇ ਆਨੰਦ ਹੈ, ਜਿਹੜਾ ਉਹਦੀ ਚਾਕਰੀ, ਉਹਦੀ ਸੇਵਾ ਕਰਕੇ ਸਾਡੇ ਮਨ ਦੀ ਤ੍ਰਿਪਤੀ ਹੋਣੀ, ਜਿਹੜਾ ਸਾਡੇ ਮਨ ਨੇ ਰੱਜਣਾ, ਸਾਡੇ ਮਨ ਨੂੰ ਸਬਰ ਸੰਤੋਖ ਹੋਣਾ, ਉਹ ਸੰਸਾਰ ਦੀਆਂ ਵਸਤੂਆਂ 'ਚ ਥੋੜ੍ਹੀ ਆਉਣੀ। ਉਹ ਸੰਸਾਰ ਦੇ ਅਹੁਦੇ ਨੇ ਸਾਨੂੰ ਕੋਈ ਉਹ ਸੰਤੁਸ਼ਟੀ ਨਹੀਂ ਦੇ ਦੇਣੀ। ਇਸ ਵਾਸਤੇ ਫਿਰ ਮਹਾਰਾਜ ਤਾਂਹੀਓ ਕਹਿੰਦੇ ਬਈ ਭੁੱਖਾ ਜਿਹੜਾ ਉਹ ਤਾਂ ਸਾਡਾ ਮਨ ਰੱਜਦਾ ਜੇ ਅਸੀਂ ਮਾਲਕ ਦੇ ਗੁਣ ਗਾ ਕੇ ਉਹਦੇ ਵਿੱਚ ਸਮਾਈਏ, ਉਹਦੇ ਵਿੱਚ ਲੀਨ ਹੋਈਏ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ ਚਾਹੁੰਦੇ ਹੋ, ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਫਿਰ ਸੁਖੀ ਕੌਣ ਹੈ ਸੰਸਾਰ ਦੇ ਵਿੱਚ? ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ, ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਸੰਸਾਰ 'ਚ ਸੁਖੀ, ਬਾਕੀ ਤਾਂ ਸਭ ਦੁਖੀ ਨੇ। ਹੁਣ ਇਹਦਾ ਭੇਦ ਵੀ ਸਾਨੂੰ ਫੇਰ ਆਉਂਦਾ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ, ਜਦੋਂ ਸਾਡੇ ਨੇਤਰਾਂ 'ਚ ਗਿਆਨ ਦਾ ਅੰਜਨ ਸੁਰਮਾ ਪੈਂਦਾ, ਫਿਰ ਸਾਨੂੰ ਇਹ ਨਜ਼ਰ ਆਉਂਦਾ ਵੀ ਸੰਸਾਰ ਹੈ ਜਿਹੜਾ, ਇਹਦੇ ਵਿੱਚ ਜੀਵ ਦੁਖੀ ਨੇ। ਜੇ ਅਸੀਂ ਗੁਰੂ ਪਾਸੋਂ ਇਹ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਅੰਜਨ ਨਹੀਂ ਪਵਾਉਂਦੇ, ਫਿਰ ਤਾਂ ਸਾਨੂੰ ਭਰਮ ਬਣਿਆ ਰਹਿੰਦਾ ਵੀ ਅਸੀਂ ਦੁਖੀ ਹਾਂ ਜੀ, ਸੰਸਾਰ ਦੇ ਵਿੱਚ ਹੋਰ ਜੀਵ ਸੁਖੀ ਨੇ, ਵੀ ਜਿਨ੍ਹਾਂ ਕੋਲ ਧਨ ਦੌਲਤ ਬਹੁਤ ਹੈ ਉਹ ਬਹੁਤ ਸੁਖੀ ਨੇ, ਜਿਨ੍ਹਾਂ ਕੋਲ ਸੰਸਾਰ ਦਾ ਕੋਈ ਅਹੁਦਾ, ਜਿਨ੍ਹਾਂ ਦੇ ਨਾਲ ਜੀਵ ਚੱਲਦੇ ਫਿਰਦੇ ਉਹ ਬਹੁਤ ਸੁਖੀ ਨੇ। ਫਿਰ ਤਾਂ ਉਹ ਜੀਵ ਨੂੰ ਭਰਮ ਬਣਿਆ ਰਹਿੰਦਾ, ਤਾਂਹੀਓ ਉਹਨਾਂ ਦੇ ਪਿੱਛੇ ਦੌੜਦਾ। ਜੇ ਅਸੀਂ ਨੇਤਰਾਂ 'ਚ ਸੁਰਮਾ ਪਵਾ ਲੈਂਦੇ ਸਤਿਗੁਰਾਂ ਤੋਂ, ਫਿਰ ਸਾਨੂੰ ਪਤਾ ਲੱਗਦਾ, ਫਿਰ ਦੇਖ ਕੇ। ਇਸੇ ਵਾਸਤੇ ਜੀ ਗੁਰੂ ਸਾਹਿਬ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਉਹ ਜਦੋਂ ਅਸੀਂ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਲਵਾਂਗੇ, ਫਿਰ ਸਾਨੂੰ ਦਿਸਣਾ ਵੀ ਦੁਖੀ ਨੇ, ਨਹੀਂ ਤਾਂ ਸਾਨੂੰ ਸੁਖੀ ਲੱਗਦੇ ਦੂਜੇ। ਸਾਨੂੰ ਲੱਗਦਾ ਤਾਂਹੀਓ ਅਸੀਂ ਦੌੜਦੇ ਹਾਂ ਨਾ ਵੀ ਸਾਡੇ ਕੋਲ ਨਹੀਂ ਹੈ, ਜੇ ਸਾਨੂੰ ਇੰਨਾ ਕੁ ਮਿਲ ਜੇ, ਅਸੀਂ ਇਕੱਠਾ ਕਰ ਲਈਏ ਤਾਂ ਅਸੀਂ ਸੁਖੀ ਹੋ ਜਾਵਾਂਗੇ। ਜੇ ਸਾਨੂੰ ਆਹ ਅਹੁਦਾ ਮਿਲ ਜੇ ਤੇ ਅਸੀਂ ਫਿਰ ਸੁਖੀ ਹੋ ਜਾਵਾਂਗੇ। ਉਹ ਮਹਾਰਾਜ ਕਹਿੰਦੇ ਵੀ ਇਹ ਐਸੀ ਦੌੜ ਹੈ ਵੀ ਜਿਉਂ ਅਸੀਂ ਸੁਰਤ ਸੰਭਾਲਦੇ ਹਾਂ, ਜਿਉਂ ਜੀਵ ਭੱਜਣਾ ਸ਼ੁਰੂ ਕਰਦਾ ਹੈ, ਸਾਰੀ ਉਮਰ ਉਹ ਭੱਜਦਾ ਹੀ ਰਹਿੰਦਾ, ਦੌੜ ਉਹਦੀ ਮੁੱਕਦੀ ਹੋਈ ਨਹੀਂ। ਫਿਰ ਵੀ ਉਹਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਸੁੱਖ ਫਿਰ ਨਹੀਂ ਉਹਨੂੰ ਮਿਲਦਾ, ਅਤੇ ਉੱਧਰੋਂ ਸਮਾਂ ਮੁੱਕ ਜਾਂਦਾ, ਖਤਮ ਹੋ ਜਾਂਦਾ। ਜੇ ਉਹੀਓ ਅਸੀਂ ਦੌੜਨ ਦੀ ਬਜਾਏ ਬੈਠ ਜਾਈਏ, ਸਾਡਾ ਮਨ ਬੈਠ ਜੇ ਘਰ ਦੇ ਵਿੱਚ, ਅਤੇ ਫਿਰ ਅਸੀਂ ਸੁਖੀ ਹੋ ਜਾਈਏ। ਅਤੇ ਫਿਰ ਅਸੀਂ ਦੇਖੀਏ ਵੀ ਸਤਿਗੁਰੂ ਸਾਡੇ ਕਾਰਜ ਵੀ ਕਿਵੇਂ ਕਰਦੇ। ਮਹਾਰਾਜ ਤਾਈਓ ਕਹਿੰਦੇ ਨਾ, ਭੱਜੋ ਨਾ ਘਰ ਬੈਠੋ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੀ। ਹੁਣ ਸੰਸਾਰ ਦੀ ਦੌੜ ਭੱਜ ਦੌੜ ਵਾਲੀ ਹੈ, ਅਤੇ ਜਿਹੜਾ ਸਾਨੂੰ ਗੁਰੂ ਸਾਹਿਬ ਮਾਰਗ ਦੱਸ, ਉਹ ਸਾਨੂੰ ਕਹਿੰਦੇ ਵੀ ਘਰ ਬੈਠ ਜਾਓ। ਬੈਠਣਾ ਕਿਹਨੇ? ਮਨ ਨੇ। ਹੁਣ ਦੌੜਿਆ ਕੌਣ ਫਿਰਦਾ? ਮਨ ਹੀ ਦੌੜਿਆ ਫਿਰਦਾ, ਭੱਜਾ ਫਿਰਦਾ। ਧੰਨ ਕਰਕੇ ਤਾਂ ਆਪਾਂ ਇੰਨਾ ਨਹੀਂ ਭੱਜਦੇ, ਧੰਨ ਕਰਕੇ ਤਾਂ ਆਪਾਂ ਬੈਠੇ ਹੁੰਦੇ, ਮਨ ਫਿਰ ਵੀ ਨਹੀਂ ਬਹਿੰਦਾ, ਮਨ ਭੱਜਿਆ ਹੀ ਫਿਰਦਾ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ। ਹੁਣ ਇਹ ਮਨ ਨੂੰ ਬਿਠਾਉਣਾ ਘਰ, ਇਹ ਮਨ ਘਰ ਥਾਂ ਬਹਿੰਦਾ ਜਦੋਂ ਇਹਨੂੰ ਗਿਆਨ ਹੁੰਦਾ, ਜਦੋਂ ਇਹਨੂੰ ਸੋਝੀ ਹੁੰਦੀ, ਫਿਰ ਇਹ ਘਰ ਬੈਠਦਾ। ਜੇ ਸਾਨੂੰ ਗਿਆਨ ਨਹੀਂ, ਸੋਝੀ ਨਹੀਂ, ਫਿਰ ਨਹੀਂ ਇਹਨੇ ਘਰ ਬੈਠਣਾ, ਫਿਰ ਤਾਂ ਇਹਨੇ ਭੱਜਿਆ ਹੀ ਫਿਰ। ਤਾਂਹੀਓ ਮਹਾਰਾਜ ਕਹਿੰਦੇ ਬਈ ਜਿਵੇਂ ਕੁੰਭ ਹੈ ਘੜਾ, ਉਹਦੇ ਵਿੱਚ ਪਾਣੀ ਆਪਾਂ ਭਰ ਲੈਂਦੇ ਹਾਂ ਅਤੇ ਪਾਣੀ ਰੁਕ ਜਾਂਦਾ। ਹੁਣ ਇਸੇ ਤਰ੍ਹਾਂ ਹੀ ਗਿਆਨ ਦੁਆਰਾ ਸਾਡਾ ਮਨ ਰੁਕਦਾ। ਜੇ ਸਾਨੂੰ ਗਿਆਨ ਹੈ ਤਾਂ ਰੁਕੇਗਾ, ਨਹੀਂ ਤਾਂ ਇਹਨੇ ਭੱਜਿਆ ਹੀ ਫਿਰਨਾ। ਗੁਰੂ ਤੋਂ ਬਿਨਾਂ ਹੀ ਸਾਨੂੰ ਗਿਆਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹੇ,
जल बिन कुंभ ना होए, ज्ञान का बद्धा मन रहे, गुर बिन ज्ञान ना होए। भी गुरु तो बिना ये सानू ज्ञान नहीं हुंदा भी मन नूं असीं रोकना किवें। गुरु ने सानू ये ज्ञान देना, सोझी देनी भी मन नूं किवें ठाकना, किवें रोकना है। हुण आपां नूं कहिंदे भी दो तरीके, एक तां ये शब्द दा अभ्यास सिमरन करना ते नाल नाल गुरु दी मत देनी, ज्ञान देना। फिर ये साडा मन वस विच आउंदा ते फिर ये घर बैठदा। महाराज फरमाउंदे मनुआ क्यों कर वस आवे, गुर प्रसादी ठाकीए ज्ञान मती घर आवे। बई ज्ञान की मत दे के इनू असी घर बैठा सकते। ये ज्ञान की मत सानू फिर आनी जदों असी सत्संगत करांगे। जदों असी आपदी मत छड्डांगे फिर ही सानू ज्ञान की मत आनी गुरु की। जे असी आपदी मत वरतांगे फिर नहीं इन्हें रुकना, फिर तो इन्हें भज्जा ही फिर। सो ताइयों महाराज कहते मन वस आवे नानका जे पूरन किरपा होई। बई मन फिर वस विच आउंदा जे साडे ते पूरी किरपा होवे मालक दी। ते पूरन किरपा हुंदी जदों असीं सत्संग च आउंदे, जिथे सच ते नाम दी महिमा हुंदी। इसी सत्संग दे विच मालक आप हाजिर हुंदे। उसे सत्संग दे विच मालक दी पूरी किरपा वरतदी। इस वास्ते फिर जदों असीं गुरु दी मत लवांगे साडा मन घर बैठ जाए। जदों साडे ते मालक दी नज़र हुंदी, सानू सत्संगत दे विच लैके आउंदे, फिर ही साडे मन दा वासा फिर घर च हुंदा ते फिर ही असीं आपदे घर बैठदे। फरमाउंदे ने नदर प्रभु सतसंगत पाई, निज घर होआ वासा। जदों मालक दी साडे ते नज़र होई, सानू सत्संगत मिली ते सत्संग च आके साडे मन दा वासा फिर घर हो गया। फिर घर कहिंदे जदों असी विचारां तो रहत हो जाते। जदों आपां नूं कोई विचार कोई फरना नहीं आउंदा उदों आपां फिर घर बैठे होंदे। जदों साडे अंदर विचार चलदे फुरने चलदे उदों असी माया के घर दे विच हुंदे। ये सीधा जिहा हिसाब। जदों दा असी विचारां तो रहत बैठे समझ लो असी आपदे घर बैठे, फिर घर च बैठे। जदों विचारां च आ गए समझ लो माया के घर आ गए, दूजे घर आ गए, बगाने घर आ गए। हुण ये आपां देखना हुंदा भी असी दिन दे समय किन्ना क समां घर बहिने विचारां तो रहत हो के, ਜਾਂ किन्ना क समा असीं माया के घर रहने। माया के घर आके साडा मन सौ जाता भरम दे विच। महाराज कहंदे तिही गुणी संसार भरम सुत, सुतियां रैण बिहन। भी ये माया जिहड़ी साडे मन नूं सवा दिंदी, विचारां फुरनियां च सौ जांदी। हुण मनमुख दा जीवन जिहड़ा वो सारा सुते दा ही लंघ जांदा, उहदी रैण सुते दी लंघ जांदी, वो जागदा। हुण आपां नूं महाराज कहंदे सुते ना रहो जागो। ते जगाउण वास्ते फिर आपां नूं सिमरन अभ्यास दसदे भी किवें सुता होया मन जागे। रमाउंदे ने सिमर 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 गुर अपना, सोया मन जगाई। हुण किवें जो साडा मन सौ जांदा ने सुते हुए ने जागना, उहदे वास्ते जो महाराज आपां नूं सास गिरा सिमरन अभ्यास दसदे ने। आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹਦੇ ਨਾਲ ਆਪਣਾ ਮਨ ਫਿਰ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ। ਨਾਲ ਨਾਲ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਗੁਰੂ ਦੀ ਮੱਤ ਮਨ ਨੂੰ ਦਿੰਦੇ ਹਾਂ, ਫਿਰ ਸਾਡਾ ਮਨ ਘਰ ਬੈਠਦਾ ਫਿਰ ਘਰ ਦੇ ਵਿੱਚ ਜਮਹਿਲ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਡੇ ਹਿਰਦੇ ਵਿੱਚ ਵਾਹਿਗੁਰੂ ਵਸ ਜਾਂਦਾ ਬਈ ਫਿਰ ਮਨਮੁਖ ਜੀਵ ਸੰਸਾਰ ਦੇ ਵਿੱਚ ਉਹਦੀ ਕਿੰਨੀ ਵੀ ਮਹਿਮਾ ਹੋਵੇ, ਕਿੰਨਾ ਵੀ ਉਹਦੇ ਕੋਲ ਵੱਡਾ ਅਹੁਦਾ ਹੋਵੇ, ਉਹ ਗੁਰਮੁਖ ਦੀ ਬਰਾਬਰੀ ਨਹੀਂ ਕਰ ਸਕਦਾ। ਇਉਂ ਫਿਰ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਉਦਾਹਰਨ ਦਿੱਤੀ ਵੀ ਸਮੁੰਦਰ ਕਿੱਡਾ ਵੀ ਵੱਡਾ ਹੈ, ਪਰ ਉਹ ਕੀੜੀ ਦੇ ਬਰਾਬਰ ਵੀ ਨਹੀਂ ਹੈ ਜੇ ਉਹ ਕੀੜੀ ਦੇ ਹਿਰਦੇ ਵਿੱਚ ਮਾਲਕ ਵੱਸਦਾ ਹੈ, ਜੇ ਵਾਹਿਗੁਰੂ ਉਹਦੇ ਹਿਰਦੇ 'ਚ ਵੱਸਦਾ ਹੈ। ਮਹਾਰਾਜ ਫਰਮਾਉਂਦੇ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ।
ਬਈ ਉਹ ਸਮੁੰਦਰ ਕਿੱਡਾ ਵੱਡਾ, ਫਿਰ ਵੀ ਉਹ ਕੀੜੀ ਦੇ ਤੁਲਨ ਨਹੀਂ, ਉਹਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਉਹਦੇ ਹਿਰਦੇ 'ਚ ਮਾਲਕ ਵਸਦਾ। ਇਸੇ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਹੁਣ ਆਪਦੇ ਹਿਰਦੇ ਵਿੱਚ ਮਾਲਕ ਨੂੰ ਵਸਾਉਣਾ, ਉਹਦੇ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਘਰ ਬੈਠੇ ਅਤੇ ਵੱਧ ਤੋਂ ਵੱਧ ਹੀ ਆਪਾਂ ਸਤਸੰਗਤ ਕਰ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਜੀਵਨ ਦਾ ਸਾਰਿਆਂ ਦੇ ਅਸਲ ਮਕਸਦ, ਬਈ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ, ਅਸੀਂ ਉਹਨੂੰ ਆਪਦੇ ਹਿਰਦੇ 'ਚ ਵਸਾਉਣਾ। ਕਿਵੇਂ ਸਾਡੇ ਹਿਰਦੇ 'ਚ ਮਾਲਕ ਨੇ ਵਸਣਾ, ਉਹਦੇ ਵਾਸਤੇ ਫਿਰ ਇਹ ਆਪਾਂ ਗਿਆਨ ਨੇ ਜਿਹੜਾ ਇਹ ਦ੍ਰਿੜ ਕਰਦੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ